बेटा साडा अज का जिहड़ा फिजिक्स का लैक्चर है ਉਹਦੇ ਵਿੱਚ ਅਸੀਂ ਰਿਲੇਸ਼ਨ ਫਾਈਂਡ ਕਰਨਾ ਹੈ ਸੀਪੀ ਤੇ ਸੀਵੀ ਦੇ ਵਿੱਚ। ਹੁਣ ਸੀਪੀ ਕੀ ਚੀਜ਼ ਹੈ? ਸਪੈਸੀਫਿਕ ਹੀਟ ਐਟ ਕਾਂਸਟੈਂਟ ਪ੍ਰੈਸ਼ਰ एंड सीवी की चीज है स्पैसिफिक हीट एट कांस्टेंट वॉल्यूम। सी का मतलब स्पैसिफिक हीट, जे ਉਹਦੇ पैर ਵਿੱਚ ਅਸੀਂ पी ਪਾਇਆ ਇਹਦਾ मतलब है कि कांस्टेंट ਪ੍ਰੈਸ਼ਰ है, ਇਹਦਾ मतलब है कि कांस्टेंट वॉल्यूम है। ਇਹਨਾਂ ਦੇ ਵਿੱਚ ਅਸੀਂ ਇੱਕ ਰਿਲੇਸ਼ਨ ਫਾਈਂਡ ਆਊਟ ਕਰਨਾ ਹੈ ਤੇ ਇਸ ਰਿਲੇਸ਼ਨ ਨੂੰ ਅਸੀਂ ਮੇਅਰਸ ਫਾਰਮੂਲਾ ਵੀ ਅਸੀਂ ਕਹਿੰਦੇ ਹਾਂ। ਠੀਕ ਹੈ, इस फॉर्मूले ਨੂੰ ਡਰਾਈਵ ਕਰਨ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਪੈਸੀਫਿਕ ਹੀਟ ਹੈ ਕੀ ਚੀਜ਼। ਜੇ ਇਹ ਚੀਜ਼ ਪਤਾ ਹੋਏਗੀ ਸਪੈਸੀਫਿਕ ਹੀਟ, ਉਹਦਾ ਫਾਰਮੂਲਾ ਸਾਨੂੰ ਪਤਾ ਹੋਏਗਾ, ਤਾਂ ਹੀ ਅਸੀਂ ਇਹਨਾਂ ਦੋਨਾਂ ਦੇ ਵਿੱਚ ਆਪਾਂ ਫਰਦਰ ਰਿਲੇਸ਼ਨ ਜਿਹੜਾ ਹੈ ਫਾਈਂਡ ਆਊਟ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਸਪੈਸੀਫਿਕ ਹੀਟ ਕੀ ਚੀਜ਼ ਹੈ। ਸਪੈਸੀਫਿਕ ਹੀਟ is the amount of heat required। ਸਾਨੂੰ ਹੀਟ ਚਾਹੀਦੀ ਹੈ, ਕਾਦੀ ਗੱਲੋਂ ਚਾਹੀਦੀ ਹੈ? ਗੈਸ ਦਾ ਟੈਂਪਰੇਚਰ 1 ਕੈਲਵਿਨ ਤੱਕ ਵਧਾਉਣ ਦੇ ਲਈ। ਜੇਕਰ ਮੇਰੇ ਕੋਲ ਕੋਈ ਗੈਸ ਹੈ, ਉਹਦਾ ਟੈਂਪਰੇਚਰ 1 ਕੈਲਵਿਨ ਜੇ ਮੈਂ ਰਾਈਜ਼ ਕਰਨਾ ਚਾਹੁੰਦਾ ਤੇ ਮੈਨੂੰ ਬਾਹਰੋਂ ਹੀਟ ਤੇ ਦੇਣੀ ਹੀ ਪਏਗੀ। ਵਿਦਾਊਟ ਹੀਟ ਟੈਂਪਰੇਚਰ ਨਹੀਂ ਵਧੇਗਾ। ਉਹ ਜਿੰਨੀ ਵੀ ਹੀਟ ਆਪਾਂ ਨੂੰ ਬਾਹਰੋਂ ਦੇਣੀ ਪਏਗੀ ਫॉर 1 ਮੋਲ ਆਫ ਗੈਸ। ਦੇਖੋ ਇਹ ਹੈਗੇ n ਨੰਬਰ ਆਫ ਮੋਲਸ। ਜਦੋਂ ਵੀ ਡਿਨੋਮੀਨੇਟਰ ਵਿੱਚ ਕੋਈ ਚੀਜ਼ ਲਿਖੀ ਜਾਂਦੀ ਹੈ ਉਹਨੂੰ ਅਸੀਂ ਪਰ ਪੜ੍ਹਦੇ ਹਾਂ, ਪਰ ਮੋਲ। ਠੀਕ ਹੈ, ਅਮਾਊਂਟ ਆਫ ਸਪੈਸੀਫਿਕ ਹੀਟ ਇਜ਼ ਦਾ ਅਮਾਊਂਟ ਆਫ ਹੀਟ ਰਿਕਵਾਇਰਡ ਟੂ ਰੇਜ਼ the temperature by 1 Kelvin, क्योंकि over च है, for 1 mole of gas, that is C equal to dq over n into dt। ਇਹ ਵਾਲਾ ਫਾਰਮੂਲਾ ਤੁਸੀਂ ਪਹਿਲਾਂ ਇਹਦਾ ਯਾਦ ਰੱਖੋ। ਤੇ ਦੂਸਰੀ ਗੱਲ, ਇਹਦਾ ਯੂਨਿਟ ਕੀ ਬਣੇਗਾ? ਸਪੈਸੀਫਿਕ ਹੀਟ ਦੇ ਯੂਨਿਟ ਦੀ ਗੱਲ ਕਰੀਏ, ਹੀਟ ਕਾਚ ਆ ਗਈ, ਜਾਊਲ ਦੇ ਵਿੱਚ ਆ ਗਈ, ਤੇ ਥੱਲੇ ਨੰਬਰ ਆਫ ਮੋਲਸ ਨੇ, ਇਹ ਆ ਜਾਏਗਾ ਮੋਲ ਉੱਤੇ -1 ਤੇ ਇਹ ਟੈਂਪਰੇਚਰ ਹੈ ਤੇ ਟੈਂਪਰੇਚਰ ਉੱਤੇ ਆ ਜਾਏਗਾ -1 ਪਰ ਮੋਲ ਪਰ ਕੈਲਵਿਨ, ਜਾਊਲ ਪਰ ਮੋਲ ਪਰ ਕੈਲਵਿਨ। ਇਟ ਇਜ਼ ਦਾ SI ਯੂਨਿਟ ਆਫ ਸਪੈਸੀਫਿਕ ਹੀਟ। ਇਸ ਫਾਰਮੂਲੇ ਤੋਂ ਬਿਨਾ ਅਸੀਂ ਇਹ ਰਿਲੇਸ਼ਨ ਡਰਾਈਵ ਨਹੀਂ ਕਰ ਸਕਦੇ। ਓਕੇ, ਕਮ ਟੂ ਦਾ ਰਿਲੇਸ਼ਨ। ਇਹ ਕਿਸ ਤਰ੍ਹਾਂ ਅਸੀਂ ਫਾਈਂਡ ਆਊਟ ਕਰਨਾ ਹੈ? ਸਪੋਜ਼ ਵੀ ਹੈਵ ਅ ਸਿਲੰਡਰ। ਇਸ ਸਿਲੰਡਰ ਦੇ ਵਿੱਚ 1 ਗ੍ਰਾਮ ਮੋਲ ਆਫ ਆਈਡੀਅਲ ਗੈਸ ਇਹਦੇ ਅੰਦਰ ਮੈਂ ਫਿਲ ਕਰ ਦਿੱਤੀ। ਕਿੰਨੀ? 1 ਗ੍ਰਾਮ ਮੋਲ। 1 ਗ੍ਰਾਮ ਮੋਲ ਜਿਹੜੀ ਹੈ ਮੈਂ ਆਈਡੀਅਲ ਗੈਸ ਇਹਦੇ ਅੰਦਰ ਫਿਲ ਕਰ ਦਿੱਤੀ ਹੈ। ਤੇ ਸਿਲੰਡਰ ਦੇ ਉੱਤੇ ਅਸੀਂ ਪਿਸਟਨ ਲਗਾਤਾ, ਜਿਹੜਾ ਆਲਰੇਡੀ ਆਪਾਂ ਡਿਸਕਸ ਕੀਤਾ ਹੈ ਕਿ ਪਿਸਟਨ ਜਿਹੜਾ ਹੈ ਉਹ ਫ੍ਰਿਕਸ਼ਨਲੈਸ ਹੋਣਾ ਚਾਹੀਦਾ ਹੈ। ਓਕੇ, ਕਿਸੇ ਟਾਈਮ ਦੇ ਉੱਤੇ ਸਪੋਜ਼ ਐਟ ਐਨੀ ਟਾਈਮ ਪ੍ਰੈਸ਼ਰ ਗੈਸ ਦਾ P ਹੈ, ਵੋਲੀਅਮ ਗੈਸ ਦਾ V ਹੈ ਤੇ ਗੈਸ ਦਾ ਜਿਹੜਾ ਟੈਂਪਰੇਚਰ ਹੈ ਇਟ ਇਜ਼ ਕੈਪੀਟਲ T। ਓਕੇ, ਨਾਓ ਫਸਟ ਆਫ ਆਲ we will supply heat from outside। ਬਾਹਰੋਂ ਅਸੀਂ ਜਿਹੜੀ ਹੈ ਹੀਟ ਨੂੰ ਆਪਾਂ ਸਪਲਾਈ ਕਰਾਂਗੇ। ਹੀਟ ਸਪਲਾਈ ਕਰਨ ਦੇ ਦੋ ਮੈਥਡਸ ਨੇ। ਇੱਕ ਤੇ ਪ੍ਰੈਸ਼ਰ ਕਾਂਸਟੈਂਟ ਕਰਕੇ ਸਪਲਾਈ ਕਰਾਂਗੇ, ਇੱਕ ਵਾਰੀ ਅਸੀਂ ਜਿਹੜਾ ਹੈ ਵੋਲੀਅਮ ਕਾਂਸਟੈਂਟ ਕਰਕੇ ਹੀਟ ਨੂੰ ਬਾਹਰੋਂ ਸਪਲਾਈ ਕਰਨਾ ਹੈ। ਠੀਕ ਹੈ, ਇਹ ਦੋ ਵੱਖਰੇ ਵੱਖਰੇ ਸਟੈਪ ਕਰਾਂਗੇ, ਉਹਦੇ ਅਕੋਰਡਿੰਗ ਇਹ ਫਾਰਮੂਲਾ ਸਾਡਾ ਜਿਹੜਾ ਹੈ ਡਰਾਈਵ ਹੋਏਗਾ। ਤੁਹਾਨੂੰ ਇੰਨਾ ਕਲੀਅਰ ਹੋ ਗਿਆ? 1 ਮੋਲ ਗੈਸ ਹੈਗੀ ਜੇ, ਪ੍ਰੈਸ਼ਰ P ਹੈ, ਵੋਲੀਅਮ V ਹੈ ਤੇ T ਉਹਦਾ ਕੀ ਹੈਗਾ ਹੈ? ਟੈਂਪਰੇਚਰ ਹੈ। आओ let dq amount of heat is supplied
हाँ जी इन्नी हीट असी जिहड़ी है सप्लाई कीती एट कॉन्स्टेंट वॉल्यूम। पहला असी वॉल्यूम की गल करांगे। कॉन्स्टेंट वॉल्यूम लैके वॉल्यूम नूं चेंज नहीं होण देना। असी बाहरों हीट कितनी सप्लाई की डी क्यू, वॉल्यूम कॉन्स्टेंट है। देयरफॉर वी हैव साडे कोल की आएगा इथों डी क्यू की वैल्यू कट दो। हाँ जी वट विल बी द वैल्यू डी क्यू किहदे इक्वल होएगा सी। आ देखो डी क्यू किवें निकालोगे इनू इहदे नाल मल्टीप्लाई कर दो सी इंटू एन इंटू डी टी। सी इंटू एन इंटू डी टी। बेटा मैं सी की वैल्यू डी क्यू की वैल्यू निकाली इन्हों क्रॉस मल्टीप्लाई करता सी दे नाल मल्टीप्लाई कर दिता। क्लीयर। नाउ व्हाट इज सी स्पेसिफिक हीट। पर असी केड़ी चीज कांस्टेंट रखी है वॉल्यूम। ते एदा मतलब है कि एदे पैर दे विच असी जिहड़ा है वॉल्यूम पावांगे बिकॉज इट इज स्पेसिफिक हीट एट कांस्टेंट वॉल्यूम बन जाएगी। ते साडे कोल किन्ने मोल है गैस दे 1। इट मीनस जिहड़ा n नंबर ऑफ मोल्स है एदी जगह ते असी 1 पुट कर दांगे। हाँ जी ठीक है। कांस्टेंट वॉल्यूम ते चेंज इन टेंपरेचर कितना रखिया है असी चेंज इन टेंपरेचर वो साडे कोल कितना आया dt वो असी चेंज कर लिया। चेंज इन टेंपरेचर आ गया साडे कोल dt और इट कैन बी रिटन एज cv dt। दिस इज द heat required at constant volume. Also we have हाँ जी तुहानू फर्स्ट लॉ थर्मोडायनेमिक्स का मैं पिछले लैक्चर च समझाया सी की हैगा। आल्सो वी हैव थर्मोडायनेमिक्स। थर्मोडायनेमिक्स हाँ जी बोलो केड़ा लॉ। हाँ जी फर्स्ट लॉ। इनू नाल दे नाल बेटा तारी जाओ क्योंकि मैं इथों रब कर देना बाद विचों। हाँ जी की कहता फर्स्ट लॉ थर्मोडायनेमिक्स डी क्यू इक्वल टू डी यू प्लस डी डब्ल्यू। बेटा लैक्चर जिहड़े पिछले जरूर देखा करो। जे तुहानू पिछला लैक्चर नहीं पता फिर बेटा अगला लैक्चर जिहड़ा है ना तो तुहानू पढ़न का मजा आएगा ना मैनू कोई पढ़ाने का मजा आएगा। ठीक है पिछला लैक्चर जरूर देखो। हाँ जी डी क्यू इज इक्वल टू डी यू प्लस डी डब्ल्यू। इस तो क्लीयर। नाउ डी क्यू की जगह के उत्ते असी कितना पुट कर देंगे डी क्यू की जगह के उत्ते सी वी इंटू आ गया डी टी इक्वल टू डी यू। हाँ जी ठीक है प्लस हाँ जी व्हाट इज दिस दिस इज द वर्क डन। ते किस बच्चे नू एदा फॉर्मूला पता है इट इज इक्वल टू पी डी वी। वर्क डन स्मॉल वर्क डन कितना होंदा है पी डी वी दे इक्वल आ गया। बट साडे कोल वॉल्यूम की रखा गया उत्ते देखो वॉल्यूम ते कांस्टेंट है। वॉल्यूम इज कांस्टेंट। बेटा जे वॉल्यूम कांस्टेंट है देन व्हाट विल बी डीवी। डीवी का मतलब चेंज इन वॉल्यूम। जे वॉल्यूम कांस्टेंट है ते एदा मतलब की होया कि साडे कोल डीवी कितना आएगा दिस इंप्लाई डीवी इक्वल टू कितना आएगा साडे कोल 0 आ जाएगा। चेंज ती आई कि नहीं डीवी 0 इट मीनस साडे कोल जिहड़ा है पी डीवी भी कितना आ जाएगा 0 आ जाएगा क्योंकि वर्क चेंज इन वॉल्यूम ही नहीं होया तो बेटा साडा वर्क कितना आ जाएगा 0। इत्थे आपां 0 पुट कर देंगे। दिस इंप्लाई साडे कोल सी वी डी टी इक्वल टू जस्ट हाँ जी साडे कोल आ जाएगा डी यू एंड दिस इज आवर इक्वेशन नंबर 1। वर्क डन विचों 0 हो गया। वॉल्यूम साडा जिहड़ा सीगा वो कांस्टेंट सीगा। नाउ वी विल सप्लाई हीट एट कांस्टेंट प्रेशर। हुण असी बाहरों हीट नू सप्लाई करांगे कांस्टेंट प्रेशर दे उत्ते। इत्थे लाइन लिखनी पएगी तुहानू। नाउ वी विल सप्लाई हीट एट हाँ जी कांस्टेंट प्रेशर। हाँ जी कांस्टेंट प्रेशर ते हीट आपां जिहड़ी है बाहरों हाँ जी सप्लाई करांगे। लेट कितनी हीट सप्लाई कीती लेट डी क्यू डैश
ਪਹਿਲਾਂ ਕਿੰਨੀ ਕੀਤੀ ਸੀ ਆਪਾਂ dq, ਹੁਣ ਪ੍ਰੈਸ਼ਰ ਕਾਂਸਟੈਂਟ ਹੈ, ਆਪਾਂ ਹੁਣ ਹੀਟ ਜਿਹੜੀ ਹੈ ਉਹਨੂੰ ਚੇਂਜ ਕਰ ਲਿਆ, dq ਡੈਸ਼ ਕਹਿ ਦਿੱਤਾ। ਨਾउ ਲੈਟ dq ਡੈਸ਼ ਬੀ ਦਾ ਹੀਟ, ਹਾਂਜੀ ਕੀ ਆਏਗਾ ਸਪਲਾਈਡ टू चेंज, हाँ जी की चेंज करना है टेम्परेचर बाय dt, सेम टेम्परेचर चेंज करना है, इसे लिख देना सेम अमाउंट, उन्ना ही टेम्परेचर चेंज करना है जिन्ना मैं पहली बारी कीता सी, बाय सेम अमाउंट। लेट dq डैश बी द हीट सप्लाइड टू चेंज द टेम्परेचर बाय dt। देन हाँ जी की फार्मूला सी साडा, dq का फार्मूला की है dq इक्वल टू कितना आएगा इधरों c इंटू 1, क्योंकि नंबर ऑफ मोल किन्ने हैं 1 मल्टीप्लाई बाय dt, पीछे भी लगाया सी। दोस्तों ਇਹਦੇ ਪੈਰ ਵਿੱਚ ਕੀ ਲਿਖੋਗੇ ਯਾਰ ਕੀ, ਹਾਂਜੀ ਇੱਥੇ ਪਾਵਾਂਗੇ py, ਬਿਕੋਜ਼ ਸਾਡਾ ਹੁਣ ਪ੍ਰੈਸ਼ਰ ਕੀ ਹੈਗਾ ਉਹ ਕਾਂਸਟੈਂਟ, ਨੰਬਰ ਆਫ ਮੋਲਸ ਕਿੰਨੇ ਨੇ 1, ਪਹਿਲਾਂ ਵੀ ਮੈਂ ਇਸ ਤਰ੍ਹਾਂ ਹੀ ਕੀਤਾ ਸੀ, ਤੇ ਇੱਥੇ ਪਾਵਾਂਗੇ dq ਡੈਸ਼, ਕਿਉਂਕਿ ਯਾਰ ਕੀ ਹੀਟ ਮੇਰੀ dq ਡੈਸ਼ ਹੈ, पर टेम्परेचर सेम चेंज लैके आनी है, वो किन्नी लैके आए ਆਪਾਂ dt, और साढ़े कोल कितना आ गया dq डैश इक्वल टू cp dt, ऐ साढ़े कोल आ गया। हाँ जी ठीक। उस तो बाद असी की कीता सीगा, फर्स्ट लॉ ऑफ थर्मोडायनेमिक्स। नाउ according to हाँ जी फर्स्ट लॉ ऑफ, हाँ जी फर्स्ट लॉ ऑफ थर्मोडायनेमिक, हाँ जी फर्स्ट लॉ ऑफ थर्मोडायनेमिक की कहता है dq इज इक्वल टू du प्लस dw। इत्थे की आएगा ਆਪਾਂ डैश पावांगे, इत्थे भी डैश पावांगे, ਤੇ ਇੱਥੇ ਵੀ ਸਾਡੇ ਕੀ ਆ ਜਾਏਗੀ ਡੈਸ਼ ਆ ਜਾਏਗੀ, ਕਿਉਂਕਿ ਅਸੀਂ ਕਾਂਸਟੈਂਟ ਪ੍ਰੈਸ਼ਰ ਤੇ ਉੱਤੇ ਹੁਣ ਹੀਟ ਸਪਲਾਈ ਕਰ ਰਹੇ ਹਾਂ, ਉਹਨੂੰ ਅਸੀਂ ਡੈਸ਼ ਦੇ ਨਾਲ ਕੀ ਕਰ ਦਿੱਤਾ ਆਪਾਂ ਰਿਪਰੈਜ਼ੈਂਟ ਕਰ ਦਿੱਤਾ। ਔਰ dq ਡੈਸ਼ ਇਜ਼ ਇਕੁਅਲ ਟੂ ਸਾਡੇ ਕੋਲ ਆ ਜਾਏਗਾ du ਡੈਸ਼ ਪਲੱਸ pdv। ਸਾਡੇ ਕੋਲ ਐਰ ਕੀ ਵਰਕ ਦਾ ਫਾਰਮੂਲਾ ਲਗਾਤਾ pdv, ਕਿ ਇਸ ਟਾਈਮ ਵਰਕ ਜ਼ੀਰੋ ਹੋਏਗਾ ਕਿ ਨਹੀਂ ਹੋਏਗਾ, ਹੁਣ ਵਰਕ ਜ਼ੀਰੋ ਨਹੀਂ ਹੋਏਗਾ, क्योंकि वॉल्यूम च चेंज आ रही है, प्रैशर भावें कांस्टेंट है, वॉल्यूम विच चेंज आ रही है, इस करके साडा वर्क हुण होएगा। नाउ हुण ध्यान नाल देखना है, दोनों केसां दे विच असीं की कीता, दोनों केसां दे विच असीं जिहड़ा टैंपरेचर है ना, दोनों केसां च असीं टैंपरेचर नूं सेम अमाउंट दे नाल चेंज कीता। पहले विच भी असीं dt टैंपरेचर चेंज करवाया, दूसरे केस विच भी असी टैंपरेचर जिहड़ा है वो dt ही जिहड़ा आपां चेंज कराया। ठीक है, जे टैंपरेचर दोनों केसां च बराबर दा चेंज होया ते गैस भी आइडियल है, ते सानू पता है जिहड़ी इंटरनल एनर्जी हुंदी है वो ते टैंपरेचर दा फंक्शन है, ते जे टैंपरेचर बराबर दा वधिया है यानी कि चेंज होया है, ते इहदा मतलब है कि इंटरनल एनर्जी भी जिहड़ी है इक्वल अमाउंट दे नाल जिहड़ी है वो चेंज होएगी। दोनों केसां च बराबर दे नाल ही उन्हें की होना है चेंज होना है। इहदा मतलब नाउ ड्यू टू सेम चेंज इन कादे विच टेंपरेचर बाय dt, du किदे इक्वल होएगा साडे कोल du डैश। ए दोनों चीज़ां जड़ियां ने वो बिल्कुल सेम होणगियां, जिन्नी चेंज इंटरनल एनर्जी पहले केस च आएगी उन्नी ही इंटरनल एनर्जी जिहड़ी है वो बाद वाले केस च आएगी। इहदा मतलब इत्थे du डैश है जिथे ओदी जगह ते मैं की लिख सकदा है du लिख सकदा है। देयरफॉर अबव इक्वेशन विल बिकम, देयरफॉर अबव इक्वेशन विल बिकम, हाँ जी ऊपर इक्वेशन की बन जाएगी dq डैश इक्वल टू साढ़े को आ जाएगा du प्लस आ जाएगा बेटा dp dv। इस तक साढ़े को क्लियर हो गया। हाँ जी ठीक, हुण जस्ट असीं इन्हां दीयां वैल्यूज पुट करांगे। पहला ते बेटा नंबर 1 इक्वेशन देखो,
ਜਲਦੀ ਜਲਦੀ ਜਿੱਥੇ ਤੁਸੀਂ ਨੋਟ ਕੀਤਾ ਹੈ ਮੈਂ ਰੱਬ ਕਰ ਦਿੱਤੀ ਹੈ ਇਕੁਏਸ਼ਨ ਨੰਬਰ 1 ਦੇਖੋ ਨੰਬਰ 1 ਦੇ ਵਿੱਚ ਧਿਆਨ ਨਾਲ ਦੇਖੋ du ਉੱਥੇ ਨੰਬਰ 1 ਪਵਾਇਆ ਸੀ du ਦੀ ਵੈਲਿਊ ਸੀਗੀ cv dt ਆ ਗਈ ਪਲੱਸ ਇਹ ਤੇ ਸਾਨੂੰ ਪਤਾ ਹੀ ਹੈ ਕਿ p dv ਹੈਗਾ ਇਕੁਅਲ ਟੂ ਹਾਂਜੀ dq ਡੈਸ਼ ਇੱਥੇ ਇਕੁਏਸ਼ਨ ਲਿਖੀ ਸੀ ਮੈਂ ਹੁਣੇ ਰੱਬ ਕੀਤੀ ਦੇਖੋ dq ਡੈਸ਼ ਜਦੋਂ ਪ੍ਰੈਸ਼ਰ ਕਨਸਟੈਂਟ ਸੀ ਤੇ ਨਾਲ ਆ ਗਿਆ dt ਸਾਰੀਆਂ ਵੈਲਿਊਜ਼ ਪੁੱਟ ਕਰਤੀਆਂ dq ਡੈਸ਼ ਦੀ ਵੈਲਿਊ ਦੇਖੋ ਪਿੱਛੇ ਲਿਖੀ ਹੋਏਗੀ ਤੁਸੀਂ ਨੋਟ ਕੀਤੀ ਹੈ cp dt du ਇਕੁਏਸ਼ਨ ਨੰਬਰ 1 ਜਦੋਂ ਕਨਸਟੈਂਟ ਵੋਲਿਊਮ ਵਾਲੀ ਉਹਦੀ ਵੈਲਿਊ ਆ ਗਈ cv dt ਇਕੁਅਲ ਟੂ ਆ ਗਿਆ ਸਾਡੇ ਕੋਲ p dv ਨਾਓ pv equal to rt ਸਭ ਨੂੰ ਪਤਾ ਹੈ ਆਈਡੀਅਲ ਗੈਸ ਇਕੁਏਸ਼ਨ ਜਿਹੜੀ ਹੈ pv equal to nrt ਹੁੰਦੀ ਹੈ ਪਰ ਮੇਰੇ ਕੋਲ ਤੇ ਨੰਬਰ ਆਫ ਮੋਲਸ ਕਿੰਨੇ ਨੇ 1 ਨੇ ਤੇ ਮੈਂ ਲਿਖਾਂਗਾ pv equal to ਕਿੰਨਾ ਆ ਗਿਆ ਸਾਡੇ ਕੋਲ rt this imply pdv ਕੀ ਦੇ ਕੋਲ ਆਏਗਾ ਇਹਦੀ ਡਿਫਰੈਂਸ਼ੀਏਸ਼ਨ ਕਰਤੀ pdv equal to ਸਾਡੇ ਕੋਲ ਆ ਜਾਏਗਾ r dt pdv equal to r dt ਹਾਂਜੀ ਠੀਕ ਤੇ pdv ਦੀ ਜਗ੍ਹਾ ਦੇ ਉੱਤੇ ਅਸੀਂ ਵੈਲਿਊ ਪੁੱਟ ਕਰ ਦਾਂਗੇ r dt ਲਿਖ ਦਾਂਗੇ therefore cp dt ਹਾਂਜੀ ਕੀ ਆਏਗਾ ਸਾਡੇ ਕੋਲ cp dt ਹਾਂਜੀ ਅੱਗੇ equal to cv dt plus r dt ਹਾਂਜੀ ਠੀਕ ਦੋਨਾਂ ਵਿੱਚੋਂ ਕਾਮਨ ਕੀ ਚੀਜ਼ ਹੈ cv plus r ਬਾਹਰ ਆ ਜਾਏਗਾ ਸਾਡੇ ਕੋਲ dt ਇੱਧਰ ਵੀ ਸਾਡੇ ਕੋਲ ਹੈਗਾ dt ਦੋਨਾਂ ਸਾਈਡਾਂ ਤੋਂ dt ਨੂੰ ਕੀ ਕਰ ਦੇਣਾ ਆਪਾਂ ਕੈਂਸਲ ਐਂਡ cp equal to cv plus ਕਿੰਨਾ ਆ ਗਿਆ r ਇਹਨੂੰ ਉਧਰ ਲੈ ਆਓ cp ਪੈਰ ਚ ਪਾਣਾ ਬਿਲਕੁਲ ਮਾਈਨਸ cv equal to r ਇਹ ਸਾਡੀ ਜਿਹੜੀ ਹੈ ਦੋਨਾਂ ਦੇ ਵਿੱਚ ਰਿਲੇਸ਼ਨ ਹੈ ਕੀ ਰਿਲੇਸ਼ਨ ਹੈ cp cv it is equal to r ਤੇ r ਕੀ ਚੀਜ਼ ਹੁੰਦੀ ਹੈ it is a universal gas constant ਇਹ ਸਾਡਾ ਗੈਸ ਕਨਸਟੈਂਟ ਹੈ ਤੇ cp ਚੋਂ ਜਦੋਂ cv ਨੂੰ ਮਾਈਨਸ ਕੀਤਾ ਹੈ ਉਦੋਂ r ਆਇਆ it means cp is specific heat at constant pressure is greater than specific heat at constant volume volume ਨਾਲੋਂ ਜ਼ਿਆਦਾ ਹੈ ਕਿੰਨਾ ਫਰਕ ਹੈ ਗੈਸ ਕਨਸਟੈਂਟ ਦੇ ਬਰਾਬਰ ਦਾ ਫਰਕ ਹੁੰਦਾ ਹੈ ਹਾਂਜੀ ਠੀਕ ਹੈ ਇੱਥੋਂ ਤੱਕ ਤੁਸੀਂ ਜਿਹੜਾ ਹੈ ਰਿਲੇਸ਼ਨ ਯਾਦ ਕਰੋ ਇਹਨੂੰ ਅਸੀਂ ਮੇਅਰਸ ਫਾਰਮੂਲਾ ਬੋਲਦੇ ਹਾਂ ਇਹ ਥੋੜਾ ਜਿਹਾ ਲੈਂਥੀ ਜ਼ਰੂਰ ਹੈ ਪਰ ਡਿਫਿਕਲਟ ਨਹੀਂ ਹੈ ਬੜੇ ਧਿਆਨ ਦੇ ਨਾਲ ਇਹਨੂੰ ਕਰੋ ਕਾਪੀ ਦੇ ਉੱਪਰ ਬਾਰ-ਬਾਰ ਲਿਖ ਕੇ ਤੇ ਕਰੋ ਜੇ ਤੁਹਾਨੂੰ ਕਲੀਅਰ ਨਹੀਂ ਹੁੰਦਾ ਤੁਸੀਂ ਲੈਕਚਰ ਨੂੰ ਪਿੱਛੇ ਕਰਕੇ ਦੁਬਾਰਾ ਦੇਖ ਸਕਦੇ ਹੋ ਥੈਂਕ ਯੂ